Today's Vegetarian Elite will be presented in Punjabi and English with subtitles in Arabic, Alexese or Vietnamese, Chinese, English, French, German, Indonesian, Italian, Korean, Persian, Portuguese, Punjabi, Russian, Spanish and Thai. ਯੁਗਾਂ ਤੋਂ ਸ਼ਾਂਤ ਪਰ ਹੌਸਲੇ ਵਾਲੇ ਅਜਿਹੇ ਨਾਇਕਾਂ ਦੇ ਸਮੂਹ ਹੋਏ ਹਨ ਜਿਹੜੇ ਦੂਜੇ ਜੀਵਾਂ ਨੂੰ ਪਿਆਰ ਕਰਦੇ ਸਨ ਅਤੇ ਹੋਰਨਾਂ ਜੀਵਾਂ ਦੀ ਜ਼ਿੰਦਗੀ ਦੀ ਕਦਰ ਕਰਦੇ ਸਨ। ਆਪਣੇ ਹੱਦੋਂ ਵੱਧ ਰਹਿਮ ਦਿਲ ਹੋਣ ਕਾਰਨ ਆਤਮ ਚਾਨਣ ਨੂੰ ਪਰਨਾਏ ਹੋਏ ਇਸ ਸੱਜਣ ਪੁਰਖ ਸਪਸ਼ਟ ਤੌਰ ਉੱਤੇ ਇਹ ਜਾਣਦੇ ਸਨ ਕਿ ਮਨੁੱਖਾਂ ਵਾਂਗ ਹੀ ਜਾਨਵਰ ਵੀ ਸੰਵੇਦਨਸ਼ੀਲ ਅਤੇ ਸਜੀਵ ਪ੍ਰਾਣੀ ਹਨ ਅਤੇ ਉਹਨਾਂ ਵਿੱਚ ਵੀ ਪਿਆਰ, ਸਾਸ, ਰਖਿਆਤਮਕਤਾ, ਦਰਦ, ਦੁੱਖ, ਉਦਾਸੀ ਅਤੇ ਕੁਝ ਹੋਰ ਅਹਿਸਾਸ ਸਮਝਣ ਦੀ ਕਾਬਲੀਅਤ ਹੈ। ਇਹ ਇਨਸਾਨ ਨਾਇਕ ਹਨ ਕਿਉਂਕਿ ਉਹ ਸਮਾਜ ਦੀਆਂ ਮੌਜੂਦਾ ਰਿਵਾਇਤਾਂ ਅਤੇ ਸਮਾਜਿਕ ਨਿਯਮਾਂ ਤੋਂ ਉਲਟ ਖੜੇ ਹੋਏ ਤਾਂ ਕਿ ਉਹ ਰਹਿਮ ਦਿਲ ਸ਼ਾਕਾਹਾਰੀਆਂ ਵਜੋਂ ਆਪਣੀਆਂ ਜ਼ਿੰਦਗੀਆਂ ਗੁਜ਼ਾਰ ਸਕਣ। ਉਹਨਾਂ ਦੇ ਆਦਰਸ਼ ਬੜੇ ਨੇਕ ਹਨ ਅਤੇ ਉਹਨਾਂ ਦੀ ਰਹਿਮ ਦਿਲੀ ਵੀ ਬੜੀ ਸ਼ਲਾਘਾਯੋਗ ਹੈ। ਉਹ ਨਾਇਕ ਕੌਣ ਹਨ? ਇਹਨਾਂ ਵਿੱਚ ਅਤੀਤ ਦੇ ਆਤਮ ਚਾਨਣ ਹਾਸਲ ਕਰ ਚੁੱਕੇ ਗੁਰੂ, ਅਧਿਆਤਮਕ ਆਗੂ, ਯੋਗੀ, ਵਿਗਿਆਨੀ, ਕਲਾਕਾਰ, ਲੇਖਕ, ਨਾਮਵਰ ਹਸਤੀਆਂ ਅਤੇ ਸਾਡੇ ਨਾਲ ਹਰ ਰੋਜ਼ ਵਿਚਰਨ ਵਾਲੇ ਸਾਡੇ ਸਮਕਾਲੀ ਲੋਕ ਸ਼ਾਮਲ ਹਨ। ਉਹਨਾਂ ਦੀ ਸ਼ਲਾਘਾ ਵਿੱਚ ਅਤੇ ਉਹਨਾਂ ਦਾ ਸ਼ੁਕਰਾਨਾ ਕਰਨ ਲਈ ਅਸੀਂ ਆਪਣੇ ਪ੍ਰੋਗਰਾਮ ਵਿੱਚ ਆਪਣੇ ਦੋਸਤ ਜਾਨਵਰਾਂ ਅਤੇ ਸਾਡੀ ਖੂਬਸੂਰਤ ਧਰਤੀ ਉੱਤੇ ਮੌਜੂਦ ਸਾਡੇ ਸਾਥੀਆਂ ਵੱਲੋਂ ਅਜਿਹੀਆਂ ਪਿਆਰੀਆਂ ਅਤੇ ਰਹਿਮ ਦਿਲ ਸ਼ਾਕਾਹਾਰੀ ਸ਼ਖਸੀਅਤਾਂ ਦਾ ਸਨਮਾਨ ਕਰਨ ਦੀ ਖੁੱਲ੍ਹ ਲੈ ਰਹੇ ਹਾਂ। ਵਾਹਿਗੁਰੂ 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 ਵਾਹਿਗੁਰੂ। ਹੈਲੋ ਅਤੇ ਤੁਹਾਡਾ ਸਵਾਗਤ ਹੈ ਸ਼ਾਂਤੀ ਪਸੰਦ ਦਰਸ਼ਕੋ। ਇਸ ਹਫ਼ਤੇ ਸ਼ਾਕਾਹਾਰੀ ਵਿਸ਼ੇਸ਼ਟ ਵਰਗ ਵੇਖਣ ਲਈ ਤੁਹਾਡਾ ਸ਼ੁਕਰੀਆ। ਅੱਜ ਅਸੀਂ ਹਜ਼ੂਰ ਬਾਬਾ ਸਾਵੰਤ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ 105ਵੀਂ ਸਾਲਾਂ ਵਰ੍ਹੇਗੰਢ ਪਿੱਛੇ ਜਿਹੇ 27 ਜੁਲਾਈ 2008 ਨੂੰ ਮਨਾਈ ਗਈ, ਉਹਨਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦੇਣ ਵਾਲੀ ਆਪਣੀ ਕੜੀ ਜਾਰੀ ਰੱਖਾਂਗੇ। ਉਹਨਾਂ ਨੂੰ ਮਹਾਰਾਜ ਜੀ ਜਾਂ ਬਿਆਸ ਦੇ ਮਹਾਨ ਸੰਤ ਵੀ ਆਖਿਆ ਜਾਂਦਾ ਸੀ। ਉਹ ਭਾਰਤ ਵਿੱਚ ਬਿਆਸ ਵਿਖੇ ਰਾਧਾ ਸਵਾਮੀ ਮੱਤ ਦੇ ਤੀਜੇ ਗੁਰੂ ਜਾਂ ਸੱਚੇ ਗੁਰੂ ਸਨ। ਪਿਛਲੇ ਹਫ਼ਤੇ ਅਸੀਂ ਜਾਣਿਆ ਕਿ ਮਹਾਰਾਜ ਜੀ ਨੂੰ ਉਹਨਾਂ ਦੇ ਗੁਰੂ ਜੀ ਵੱਲੋਂ ਆਪਣਾ ਜਾਨਸ਼ੀਨ ਬਣਾਉਣ ਤੋਂ ਪਹਿਲਾਂ 9 ਸਾਲ ਤੱਕ ਸਿਖਲਾਈ ਦਿੱਤੀ ਗਈ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਜੀ ਨੇ ਆਪਣੀ ਨਜ਼ਦੀਕੀ ਪੈਰੋਕਾਰ ਬੀਬੀ ਰੁੱਕੋ ਨੂੰ ਦੱਸਿਆ ਕਿ ਮਹਾਰਾਜ ਜੀ ਮਹਾਨ ਗੁਰੂ ਬਣਨਗੇ। ਉਹ ਤੁਹਾਡਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਣਗੇ। ਉਹਨਾਂ ਦੀਆਂ ਸ਼ਕਤੀਆਂ ਅਤੇ ਅਧਿਆਤਮਕ ਤੇਜ ਮੇਰੇ ਨਾਲੋਂ ਕਿਤੇ ਵੱਧ ਹੋਵੇਗਾ। ਉਹਨਾਂ ਰਾਹੀਂ ਸੈਂਕੜੇ ਹਜ਼ਾਰਾਂ ਲੋਕ ਮੁਕਤੀ ਅਤੇ ਨਿਰਵਾਣ ਹਾਸਲ ਕਰਨਗੇ ਅਤੇ ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਰਾਧਾ ਸਵਾਮੀ ਦੀ ਧੁਨ ਗੂੰਜੇਗੀ। ਅਸੀਂ ਇਹ ਵੀ ਵੇਖਿਆ ਕਿ ਪੈਰੋਕਾਰ ਵਜੋਂ ਮਹਾਰਾਜ ਜੀ ਦਾ ਆਪਣੇ ਗੁਰੂ ਜੀ ਨਾਲ ਕਿੰਨਾ ਡੂੰਘਾ ਪਿਆਰ ਸੀ ਅਤੇ ਉਹ ਪੂਰੀ ਤਰ੍ਹਾਂ ਉਹਨਾਂ ਪ੍ਰਤੀ ਸਮਰਪਿਤ ਸਨ। ਬਾਬਾ ਜੀ ਪ੍ਰਤੀ ਉਹਨਾਂ ਦੇ ਲਗਾਵ ਨੂੰ ਹੇਠਾਂ ਦੱਸੀਆਂ ਜਾਂ ਰਹੀਆਂ ਕਥਾਵਾਂ ਅਤੇ ਸਾਖੀਆਂ ਨਾਲ ਦਰਸਾਇਆ ਜਾ ਸਕਦਾ ਹੈ। ਇੱਕ ਵਾਰੀ ਜਦੋਂ ਮਹਾਰਾਜ ਜੀ ਡੇਰੇ ਉੱਤੇ ਬਾਬਾ ਜੀ ਨੂੰ ਮਿਲਣ ਗਏ ਤਾਂ ਉਹਨਾਂ ਮਹਿਸੂਸ ਕੀਤਾ ਕਿ ਬੀਬੀ ਰੁੱਕੋ ਨੂੰ ਬਾਬਾ ਜੀ ਦੇ ਨਹਾਉਣ ਅਤੇ ਖਾਣਾ ਬਣਾਉਣ ਤੇ ਪੀਣ ਲਈ ਸਾਫ਼ ਪਾਣੀ ਲਿਆਉਣ ਲਈ ਬੜੀ ਮੁਸ਼ਕਲ ਕਰਨੀ ਪੈਂਦੀ ਹੈ। ਉਹਨਾਂ ਨੂੰ ਪਾਣੀ ਲਿਆਉਣ ਲਈ 1 ਮੀਲ ਦੀ ਦੂਰੀ ਤੈਅ ਕਰਕੇ ਵਾੜੀਏ 'ਚ ਪਿੰਡ ਜਾਣਾ ਪੈਂਦਾ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਡੇਰੇ ਵਿੱਚ ਖੂਹ ਪੁੱਟਣ ਲਈ ਬਾਬਾ ਜੀ ਤੋਂ ਇਜਾਜ਼ਤ ਮੰਗੀ। ਪਹਿਲਾਂ ਤਾਂ ਬਾਬਾ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਖੂਹ ਪੁੱਟਣ ਦੀ ਖੇਚਲ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਉਹਨਾਂ ਕਿਹੜਾ ਬਹੁਤੀ ਦੇਰ ਜਿਉਂਦੇ ਰਹਿਣਾ ਹੈ ਤੇ ਖਾਹਮ ਖਾਹ ਦਾ ਛੇੜਾ ਛੇੜਨ ਦੀ ਕੋਈ ਲੋੜ ਨਹੀਂ।
ਮਹਾਰਾਜ ਜੀ ਨੇ ਉੱਤਰ ਦਿੱਤਾ, ਜੇ ਤੁਸੀਂ ਇੱਕ ਵਾਰੀ ਵੀ ਖੂਹ ਵਿੱਚੋਂ ਪਾਣੀ ਪੀ ਲਵੋਗੇ ਤਾਂ ਮੇਰੇ ਲਈ ਇਸ ਤੋਂ ਵੱਡਾ ਇਨਾਮ ਹੋਰ ਕੋਈ ਨਹੀਂ ਹੋਵੇਗਾ। ਉਦੋਂ ਤੋਂ ਹੀ ਜਦੋਂ ਵੀ ਉਹ ਡੇਰੇ ਉੱਤੇ ਹੁੰਦੇ ਸਨ ਤਾਂ ਮਹਾਰਾਜ ਜੀ ਬਾਬਾ ਜੀ ਦੇ ਨਹਾਉਣ ਲਈ ਪਾਣੀ ਕੱਢਦੇ ਸਨ ਅਤੇ ਲੰਗਰ ਜਾਂ ਰਸੋਈ ਲਈ ਹੋਰਨਾਂ ਸਤਸੰਗੀਆਂ ਜਾਂ ਪੈਰੋਕਾਰਾਂ ਨਾਲ ਰਲ ਕੇ ਪਾਣੀ ਢੋਂਦੇ ਸਨ। ਤੀਜੇ ਸਤਿਗੁਰੂ ਬਣਨ ਤੋਂ ਬਾਅਦ ਵੀ ਉਹਨਾਂ ਇੱਕ ਦਹਾਕੇ ਤੱਕ ਲੰਗਰ ਲਈ ਕੁਝ ਬਾਲਟੀਆਂ ਪਾਣੀ ਦੀਆਂ ਢੋਣੀਆਂ ਜਾਰੀ ਰੱਖੀਆਂ। ਇੱਕ ਹੋਰ ਮੌਕੇ ਉੱਤੇ ਜਦੋਂ ਮਹਾਰਾਜ ਜੀ ਨੇ ਬਾਬਾ ਜੀ ਲਈ ਰਹਿਣ ਵਾਲੀ ਥਾਂ ਦੀ ਘਾਟ ਮਹਿਸੂਸ ਕੀਤੀ, ਉਹਨਾਂ ਆਪਣੇ ਗੁਰੂ ਜੀ ਨੂੰ ਕੁਝ ਹੋਰ ਕਮਰੇ ਛੱਤਣ ਦੀ ਇਜਾਜ਼ਤ ਦੇਣ ਲਈ ਕਿਹਾ। ਪਹਿਲ ਤਾਂ ਬਾਬਾ ਜੀ ਹਿਚਕਚਾਏ ਕਿਉਂਕਿ ਨਦੀ ਬਹੁਤ ਨੇੜੇ ਸੀ, ਪਰ ਬਾਅਦ ਵਿੱਚ ਉਹ ਰਾਜੀ ਹੋ ਗਏ। ਜਦੋਂ ਉਸਾਰੀ ਸ਼ੁਰੂ ਹੋਈ ਤਾਂ ਪਿੰਡ ਵਾਲਿਆਂ ਨੇ ਵੀ ਆ ਕੇ ਮਹਾਰਾਜ ਜੀ ਨੂੰ ਇਹੋ ਕਿਹਾ ਕਿ ਜੋ ਕੁਝ ਉਹ ਬਣਾ ਰਹੇ ਹਨ ਉਹ ਅਖੀਰ ਨਦੀ ਦੇ ਵਹਿਣ ਨਾਲ ਰੁੜ ਜਾਵੇਗਾ। ਮਹਾਰਾਜ ਜੀ ਨੇ ਸਹਿਜ ਸੁਭਾਅ ਉੱਤਰ ਦਿੱਤਾ, ਜੇ ਬਾਬਾ ਜੀ ਦੀ ਸੰਗਤ ਜਾਂ ਸਾਥੀ ਸਿਰਫ ਇੱਕ ਦਿਨ ਲਈ ਇਹਨਾਂ ਕਮਰਿਆਂ ਨੂੰ ਵਰਤ ਲੈਂਦੀ ਹੈ ਤਾਂ ਮੇਰੇ ਲਈ ਇਹ ਕਾਫੀ ਹੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਅਤੇ ਜਦੋਂ ਵੀ ਮਹਾਰਾਜ ਜੀ ਆਪਣੇ ਪਿਆਰੇ ਗੁਰੂ ਜੀ ਬਾਰੇ ਬੋਲਦੇ ਤਾਂ ਉਹਨਾਂ ਦੇ ਮੂੰਹ ਉੱਤੇ ਖੁਸ਼ੀ ਦੀ ਵੱਖਰੀ ਚਮਕ ਆ ਜਾਂਦੀ, ਉਹਨਾਂ ਦੀ ਆਵਾਜ਼ ਜਜ਼ਬਾਤੀ ਰੌ ਨਾਲ ਭਰ ਜਾਂਦੀ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਪਿਆਰ ਭਰੇ ਹੰਝੂ ਛਲਕ ਜਾਂਦੇ। ਜਦੋਂ ਬਾਬਾ ਜੀ ਅਜੇ ਜਿਉਂਦੇ ਸਨ, ਮਹਾਰਾਜ ਜੀ ਨੇ ਉਹਨਾਂ ਤੋਂ 4 ਵਰ ਮੰਗੇ। ਪਹਿਲਾ ਸੀ ਕਿ ਲੰਗਰ ਵਿੱਚ ਹਰ ਵੇਲੇ ਸਾਰਿਆਂ ਲਈ ਖਾਣਾ ਰਹੇ। ਮੈਂ ਕਦੇ ਵੀ ਕਿਸੇ ਚੀਜ਼ ਲਈ ਕਿਸੇ ਸਾਹਮਣੇ ਹੱਥ ਨਹੀਂ ਅੱਡੇ। ਸਾਨੂੰ ਆਪਣਾ ਆਸ਼ੀਰਵਾਦ ਦਿਓ ਕਿ ਨਿਯਮਿਤ ਤੌਰ ਉੱਤੇ ਇਹ ਲੰਗਰ ਚੱਲਦਾ ਰਹੇ ਤੇ ਮੈਨੂੰ ਕਦੇ ਵੀ ਸੰਗਤ ਨੂੰ ਇਹ ਨਾ ਕਹਿਣਾ ਪਵੇ ਕਿ ਲੰਗਰ ਲਈ ਫਲਾਨੀ ਚੀਜ਼ ਦੀ ਲੋੜ ਹੈ। ਬਾਬਾ ਜੀ ਨੇ ਉਹਨਾਂ ਨੂੰ ਇਹ ਵਰ ਦੇ ਦਿੱਤੇ ਅਤੇ ਲੰਗਰ ਵਿੱਚ ਕਦੇ ਖਾਣੇ ਦੀ ਤੋਟ ਨਾ ਰਹੀ। ਮਹਾਰਾਜ ਜੀ ਬਾਰੇ ਇਹ ਵੀ ਮਸ਼ਹੂਰ ਸੀ ਕਿ ਉਹ ਸੇਵਾਦਾਰਾਂ ਜਾਂ ਸਵੈ ਸੇਵੀਆਂ ਨੂੰ ਇਹ ਕਹਿੰਦੇ ਹੁੰਦੇ ਸੀ ਕਿ ਖਾਣਾ ਉਹ ਆਪ ਵਰਤਾਉਣਗੇ, ਸਨੇਹ ਅਤੇ ਖੁੱਲ੍ਹ ਦਿਲੀ ਨਾਲ, ਕਿਉਂਕਿ ਬਾਬਾ ਜੀ ਦਾ ਖਜ਼ਾਨਾ ਅਨੰਤ ਹੈ। ਹਮੇਸ਼ਾ ਦਇਆਵਾਨ ਅਤੇ ਰਹਿਮ ਦਿਲ ਰਹਿਣ ਦਾ ਇਹ ਦੂਜਾ ਵਰ ਸੀ ਜਿਹੜਾ ਮਹਾਰਾਜ ਜੀ ਨੇ ਬਾਬਾ ਜੀ ਤੋਂ ਮੰਗਿਆ, ਤਾਂ ਕਿ ਜੇ ਉਹ ਭੁੱਲ ਭੁਲੇਖੇ ਕੋਈ ਅਜਿਹੀ ਗਲਤ ਟਿੱਪਣੀ ਕਰ ਵੀ ਦਿੰਦੇ ਹਨ ਤਾਂ ਉਹਨਾਂ ਦੇ ਬੋਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ। ਤੀਜਾ ਵਾਰ ਉਹਨਾਂ ਇਹ ਮੰਗਿਆ ਕਿ ਉਹਨਾਂ ਦੇ ਪੈਰੋਕਾਰ ਰੂਪੀ ਬੱਚਿਆਂ ਵਿੱਚੋਂ ਕਦੇ ਕਿਸੇ ਨੂੰ ਇਹਨਾਂ ਦੁਨਿਆਵੀ ਚੀਜ਼ਾਂ ਲਈ ਕਿਸੇ ਸਾਹਮਣੇ ਹੱਥ ਨਾ ਅੱਡਣੇ ਪੈਣ। ਬਾਅਦ ਵਿੱਚ ਉਹ ਖੁਸ਼ ਹੋਣਗੇ ਕਿ ਉਹਨਾਂ ਦੇ ਬੱਚੇ ਆਤਮ ਨਿਰਭਰ ਸਨ ਅਤੇ ਉਹ ਬਿਨਾਂ ਕਿਸੇ ਸ਼ਰਤ ਦੇ ਵਿੱਤੀ ਮਦਦ ਮੁਹੱਈਆ ਕਰਵਾਉਣ ਦੇ ਸਮਰੱਥ ਹੋ ਸਕਣ ਅਤੇ ਸੇਵਾ ਜਾਂ ਭਾਈਚਾਰੇ ਦੀ ਮਦਦ ਦਾ ਪ੍ਰਬੰਧ ਕਰ ਸਕਣ। ਅਖੀਰ ਉਹਨਾਂ ਮੰਗਿਆ ਕਿ ਉਹਨਾਂ ਦੇ ਵਿਚਾਰ ਨਾਲ ਹੀ ਸਾਰਿਆਂ ਦਾ ਭਲਾ ਤੇ ਨਿਸਤਾਰਾ ਹੋਵੇ। ਮਹਾਰਾਜ ਜੀ ਨੇ ਜਿਹੜਾ ਚੌਥਾ ਵਰ ਮੰਗਿਆ ਉਹ ਇਹ ਸੀ ਕਿ ਜਿਸ ਆਤਮਾ ਨੂੰ ਉਹ ਦੀਖਿਆ ਦੇਣ, ਉਹ ਜਦੋਂ ਇਸ ਫਾਨੀ ਸੰਸਾਰ ਨੂੰ ਛੱਡੇ ਤਾਂ ਉਸ ਦੀ ਹਿਫਾਜ਼ਤ ਹੋਵੇ ਤੇ ਉਸ ਦਾ ਧਿਆਨ ਰੱਖਿਆ ਜਾਵੇ। ਜਦੋਂ ਮਹਾਰਾਜ ਜੀ ਬਿਆਸ ਵਿਖੇ ਰਾਧਾ ਸੁਆਮੀ ਮੱਤ ਦੇ ਤੀਜੇ ਗੁਰੂ ਬਣੇ ਤਾਂ ਉਹ ਅਜੇ ਵੀ ਫੌਜ ਵਿੱਚ ਇੰਜੀਨੀਅਰ ਵਜੋਂ ਸੇਵਾ ਨਿਭਾ ਰਹੇ ਸਨ, ਕਿਉਂਕਿ ਉਹਨਾਂ ਨੂੰ ਪੈਨਸ਼ਨ ਲਈ ਕਾਬਲ ਬਣਨ ਵਾਸਤੇ ਅਜੇ ਹੋਰ 8 ਸਾਲ ਲੱਗਣੇ ਸਨ। ਇਸ ਤੋਂ ਇਲਾਵਾ ਡੇਰੇ ਤੋਂ ਦੂਰ ਰਹਿ ਕੇ ਉਹ ਵਧੇਰੇ ਸਮਾਂ ਧਿਆਨ ਲਗਾਉਣ ਪ੍ਰਤੀ ਸਮਰਪਿਤ ਕਰ ਸਕਦੇ ਸਨ। ਉਹ ਅਕਸਰ ਆਪਣੇ ਬੰਗਲੇ ਉੱਤੇ ਸਤਸੰਗ ਜਾਂ ਅਧਿਆਤਮਕ ਵਿਚਾਰ ਵਟਾਂਦਰਾ ਕਰਵਾਇਆ ਕਰਦੇ ਸਨ। ਕੋਈ ਵੀ ਇਹ ਨਹੀਂ ਸੀ ਜਾਣਦਾ ਕਿ ਉਹ ਰਾਧਾ ਸੁਆਮੀ ਮੱਤ ਦੇ ਸਤਿਗੁਰੂ ਸਨ। ਆਖਿਰਕਾਰ ਮਹਾਰਾਜ ਜੀ ਨੇ ਸਤਿਗੁਰੂ ਵਜੋਂ ਆਪਣਾ ਪੂਰਾ ਸਮਾਂ ਸਮਰਪਿਤ ਕਰਨ ਅਤੇ ਡੇਰੇ ਵਿੱਚ ਆਪਣੀ ਅਧਿਆਤਮਕ ਜ਼ਿੰਮੇਵਾਰੀ ਨਿਭਾਉਣ ਲਈ ਅਗਾਊਂ ਸੇਵਾ ਮੁਕਤੀ ਲੈ ਲਈ। ਉਹ ਬਹੁਤ ਹੀ ਘੱਟ ਸੌਂਦੇ, ਬਹੁਤ ਹੀ ਘੱਟ ਖਾਂਦੇ ਅਤੇ ਗੁਰੂ ਹੋਣ ਵਜੋਂ ਆਪਣੀ ਅਧਿਆਤਮਕ ਜ਼ਿੰਮੇਵਾਰੀ ਨਿਭਾਉਣ, ਧਿਆਨ ਲਗਾਉਣ ਅਤੇ ਸੱਚ ਦੀ ਭਾਲ ਕਰਨ ਵਾਲਿਆਂ ਦੀਆਂ ਚਿੰਤਾਵਾਂ ਤੇ ਲੋੜਾਂ ਦੀ ਦੇਖਭਾਲ ਵਿੱਚ ਸਮਾਂ ਬਿਤਾਉਂਦੇ। ਆਪਣੇ ਘੱਟ ਖਾਣ ਪੀਣ ਅਤੇ ਥੋੜਾ ਭੋਜਨ ਕਰਨ ਸੰਬੰਧੀ ਆਪਣੇ ਇੱਕ ਪੈਰੋਕਾਰ ਵੱਲੋਂ ਪ੍ਰਗਟਾਈ ਚਿੰਤਾ ਦੇ ਜਵਾਬ ਵਿੱਚ ਮਹਾਰਾਜ ਜੀ ਨੇ ਆਖਿਆ, ਭੋਜਨ ਅਤੇ ਨੀਂਦ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਇਨਸਾਨ ਇੱਛਾ ਅਨੁਸਾਰ ਵਧਾ ਘਟਾ ਸਕਦਾ ਹੈ। ਸਿਹਤਮੰਦ ਰਹਿਣ ਲਈ ਸਰੀਰ ਨੂੰ ਬਹੁਤੇ ਖਾਣੇ ਅਤੇ ਨੀਂਦ ਦੀ ਲੋੜ ਨਹੀਂ ਹੁੰਦੀ। ਭਜਨ
ਜਾਂ ਉਹ ਅਭਿਆਸ ਜਿਹੜਾ ਆਤਮਾ ਨੂੰ ਅੰਦਰੂਨੀ ਤਾਕਤ ਦੇ ਸੰਪਰਕ ਵਿੱਚ ਲਿਆਉਣ ਦੀ ਇਜਾਜ਼ਤ ਦਿੰਦੀ ਹੈ, ਕੁਦਰਤਨ ਖਾਣੇ ਅਤੇ ਨੀਂਦ ਦੀ ਲੋੜ ਘਟਾ ਦਿੰਦੀ ਹੈ। ਇੱਕ ਹੋਰ ਮੌਕੇ ਉੱਤੇ ਉਹਨਾਂ ਆਪਣੇ ਪੈਰੋਕਾਰਾਂ ਨੂੰ ਦੱਸਿਆ ਕਿ ਭਾਵੇਂ ਸੰਤ ਇਸ ਸੰਸਾਰ ਵਿੱਚ ਹੀ ਰਹਿੰਦੇ ਹਨ, ਪਰ ਉਹ ਆਪਣਾ ਧਿਆਨ ਆਪਣੇ ਅੰਦਰ ਹੀ ਕੇਂਦਰਿਤ ਕਰਦੇ ਹਨ। ਉਹਨਾਂ ਨੂੰ ਖਾਣੇ ਦੇ ਸਵਾਦ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਤੇ ਉਹ ਆਮ ਤੌਰ ਉੱਤੇ ਦੁਨਿਆਵੀ ਸਵਾਦਾਂ ਤੋਂ ਨਿਰਲੇਪ ਹੀ ਰਹਿੰਦੇ ਹਨ ਅਤੇ ਉਹਨਾਂ ਤੋਂ ਆਸ ਕੀਤੇ ਜਾਣ ਵਾਲੇ ਫਰਜ਼ਾਂ ਦਾ ਉਹ ਧਿਆਨ ਰੱਖਦੇ ਹਨ। ਜਗਦੀਸ਼ ਚੰਦਰ ਸ਼ਰਮਾ, ਜਿਨ੍ਹਾਂ ਦਾ ਨਾਂ ਉਹਨਾਂ ਦੇ ਜਨਮ ਸਮੇਂ ਮਹਾਰਾਜ ਜੀ ਵੱਲੋਂ ਰੱਖਿਆ ਗਿਆ ਸੀ, ਨੇ ਸੁਪਰੀਮ ਮਾਸਟਰ ਟੈਲੀਵਿਜ਼ਨ ਨਾਲ ਬਿਆਸ ਦੇ ਇਹਨਾਂ ਮਹਾਨ ਗੁਰੂ ਜੀ ਨਾਲ ਹੰਢਾਏ ਆਪਣੇ ਤਜਰਬੇ ਸਾਂਝੇ ਕੀਤੇ। He was a big military officer and he became follower of Master Jarnail Singh, who made this Dera, or we call it Byas now. He developed it, and whatever development took place due to the help and grace of Sawan Singh ji. And any saying, or songs his favorite? That was his prayer. That was Karoon Venti Doukar Jodi, written by Swamiji Maharaj, who was the person who started this Radha Swami method in Agra. That was his favorite thing. Otherwise he used to say, just think about God, get connected, listen to the sound and light inside. That's what he was advising. Did he meditate? What did he teach others to do? He said whenever you get an opportunity you meditate. The best time he was suggesting is before sunrise. As soon as you get up, you meditate. And he was always, whenever he was alone, he was meditating. And that's what he advised people. How many hours per day? Most of the time whenever he was alone, he was meditating. He suggested people to meditate near about 3 hours per day. That's what he used to advise. And say, if you can't afford that time, go on meditating for half hour, then whenever you get an opportunity, meditate. That's what he used to advise. He said the temple of God is your body. Meditate inside, no need of going anywhere. Meditate, just meditate in a calm and quiet place. Go on meditating. And one will get the light, one will get the sound and evolve. How about the group meditation? Yes, people used to sit after satsang. People used to sit and do group meditation for some time. And then if somebody had some difficulty or other things, they used to talk to or get an appointment with master. But he always advised, meditate alone, don't discuss anything, no chit-chatting, just meditate. Do you know how many people got initiated by him? Many thousands of people were initiated by him. But he was very selective. He used to give his mantra to those people who were strictly vegetarian and were ready to follow the principle laid down by other senior masters. One has to be vegetarian strictly for 1 year. Only then it was possible that one could be initiated. Otherwise not. And meditation for 2.5 hours per day? Yes, and if doesn't have time, then he can meditate for half an hour, then again, whenever get time, go on meditating. He used to advise people to meditate for 3 hours per day, to evolve oneself or to see the God inside you, get connected with the God. Yes, his method was this thing that meditate on the third eye
here at this level, and when sound or light starts inside, concentrate on sound and light only. No need of reciting mantra or no need of visualizing master. Just you have caught the fingers of God, and you will be fully connected with God in due course. Did he have followers from all religions background? Yes, his followers were from many religions. Christian, Muslim, Hindu, Sikh, all were his followers. Because people, after initiation, they saw the miracles. They, by practicing this method, they could change even the destiny. People requesting inside, praying to the God that please let me have a similar house or whatnot, and people were progressing very well. Are they Indian or any foreigner? There were many foreigners, many Britishers, Americans and Muslims from Middle East. There were many followers. ਸਗੋਂ ਮਹਾਰਾਜ ਜੀ ਦੇ ਤਾਂ ਪੂਰੇ ਸੰਸਾਰ ਤੋਂ ਪੈਰੋਕਾਰ ਸਨ। ਉਹਨਾਂ ਵਿੱਚ ਬਹਾਦਰ ਜਗਤ ਸਿੰਘ, ਸੰਤ ਕਿਰਪਾਲ ਸਿੰਘ, ਰੂਹਾਨੀ ਸਤਸੰਗ ਦੇ ਬਾਣੀ, ਮਹਾਰਾਜ ਚਰਨ ਸਿੰਘ, ਡਾਕਟਰ ਜੂਲੀਅਨ ਪੀ ਜੌਨਸਨ, ਡਾਕਟਰ ਪੀਅਰ ਸ਼ਮਿਡਟ, ਕਰਨਲ C.W. ਸੈਂਡਰਸ, ਬਾਬਾ ਸੋਮਨਾਥ, ਪ੍ਰੀਤਮ ਦਾਸ ਅਤੇ ਹੋਰ ਕਈ ਬਰਤਾਨਵੀ ਤੇ ਭਾਰਤੀ ਸਰਕਾਰੀ ਅਧਿਕਾਰੀ। He was working in military, then for past time he was working as a social service for making this dera. It was a wilderness, wasteland. He developed it into the present thing by his social service, by the social service of others. For that purpose they were working. ਬਾਬਾ ਜੀ ਦੇ ਵੇਲੇ ਡੇਰੇ ਵਿੱਚ ਕੋਈ ਇਮਾਰਤਾਂ ਨਹੀਂ ਸਨ, ਸਿਰਫ ਉਹਨਾਂ ਨੂੰ ਛੱਡ ਕੇ ਜਿਹੜੀਆਂ ਮਹਾਰਾਜ ਜੀ ਨੇ ਬਣਾਈਆਂ ਸਨ। ਕੋਈ ਗੁਸਲਖਾਨੇ ਨਹੀਂ ਸਨ, ਨਾ ਹੀ ਬਿਜਲੀ ਸੀ ਅਤੇ ਡੇਰੇ ਦੀ ਜ਼ਮੀਨ ਬਹੁਤ ਥੋੜੀ ਹੁੰਦੀ ਸੀ। ਸਿਰਫ ਖੇਤ ਹੁੰਦੇ ਸਨ, ਬੰਜਰ ਧਰਤੀ ਅਤੇ ਖੱਡਾਂ। This ashram was built by Sawan Singh Ji Maharaj only, and while I was a small child, I used to go there. My parents and everybody used to do the seva, means helping, putting mud here, there. Even Maharaj Saman Singh was also doing this thing. All was made by Maharaj Saman Singh. ਇੱਕ ਵਾਰੀ ਡੇਰੇ ਉੱਤੇ ਹੀ ਰਹਿਣਾ ਸ਼ੁਰੂ ਕਰਨ ਮਗਰੋਂ ਮਹਾਰਾਜ ਜੀ ਨੇ ਆਪਣਾ ਪੂਰਾ ਸਮਾਂ ਸਿੱਖਿਆ ਦੇਣ, ਦੀਖਿਆ ਦੇਣ ਅਤੇ ਅਧਿਆਤਮਕਤਾ ਦੇ ਚਾਹਵਾਨਾਂ ਪ੍ਰਤੀ ਸਤਸੰਗ ਕਰਨ ਅਤੇ ਡੇਰੇ ਦਾ ਵਿਕਾਸ ਕਰਨ ਵਿੱਚ ਗੁਜ਼ਾਰਿਆ, ਤਾਂ ਕਿ ਡੇਰੇ ਉੱਤੇ ਆਉਣ ਵਾਲੇ ਲੋਕਾਂ ਤੇ ਉੱਥੇ ਰਹਿਣ ਵਾਲਿਆਂ ਲਈ ਥਾਂ ਮੁਹੱਈਆ ਕਰਵਾਈ ਜਾ ਸਕੇ, ਤਾਂ ਕਿ ਉਹਨਾਂ ਨੂੰ ਸਹੂਲਤ ਰਹੇ। ਇਹ ਵੀ ਮੰਨਿਆ ਜਾਂਦਾ ਸੀ ਕਿ ਮਹਾਰਾਜ ਜੀ ਕੋਲ ਅਸਾਧਾਰਨ ਇੱਛਾ ਸ਼ਕਤੀ ਹੈ ਅਤੇ ਉਹ ਬਹੁਤ ਸਰੀਰਕ ਮੁਸ਼ਮਤ ਕਰ ਸਕਦੇ ਹਨ, ਉਵੇਂ ਹੀ ਜਿਵੇਂ ਹੋਰ ਲੋਕ ਕਰਦੇ ਹਨ, ਕਿਉਂਕਿ ਉਹਨਾਂ ਨੇ ਹੀ ਡੇਰੇ ਦੇ ਸੁਧਾਰ ਅਤੇ ਉਸ ਦੇ ਵਿਕਾਸ ਲਈ ਕੰਮ ਸ਼ੁਰੂ ਕੀਤਾ। ਆਪਣੇ ਆਰਾਮ, ਸਿਹਤ ਦੀ ਤੇ ਆਪਣੀ ਬਿਹਤਰੀ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਬੇਆਰਾਮੀ ਅਤੇ ਮਿਹਨਤ ਵਾਲੀ ਜ਼ਿੰਦਗੀ ਨੂੰ ਚੁਣਿਆ, ਤਾਂ ਕਿ ਉਹ ਗੁਰੂ ਵਜੋਂ ਮਿਸਾਲ ਕਾਇਮ ਕਰ ਸਕਣ। ਉਹਨਾਂ ਦੇ ਪਿਆਰ, ਰਹਿਮ ਅਤੇ ਨਿਮਰਤਾ ਨੇ ਉਹਨਾਂ ਨੂੰ ਸਤਸੰਗੀਆਂ ਅਤੇ ਜਿਹੜੇ ਡੇਰੇ ਵਿੱਚ ਰਹਿਣ ਆਉਂਦੇ ਸਨ, ਉਹਨਾਂ ਵਿੱਚ ਹੋਰ ਵੀ ਹਰਮਨ ਪਿਆਰਾ ਬਣਾ ਦਿੱਤਾ। ਉਹਨਾਂ ਦੀ ਸ਼ਖਸੀਅਤ ਦੀ ਅਸਾਧਾਰਨ ਤਾਕਤ ਨੇ ਦਰਿਆਈ ਲਾਲ ਕਪੂਰ ਉੱਤੇ ਵੀ ਬਹੁਤ ਪ੍ਰਭਾਵ ਪਾਇਆ, ਜਿਸ ਨੇ ਆਪਣੀ ਗੁਰੂ ਬਾਰੇ ਲਿਖੀ ਕਿਤਾਬ ਧਰਤੀ ਉੱਤੇ ਸਵਰਗ ਵਿੱਚ ਉਹਨਾਂ ਦੀ ਵਡਿਆਈ ਕੀਤੀ। ਉਹਨਾਂ ਮੌਸਮ ਦੇ ਬੇਰਹਿਮ ਥਪੇੜਿਆਂ, ਗਰਮੀ, ਸਰਦੀ, ਭਾਰੀ ਮੀਂਹ ਦੀ ਕੋਈ ਪਰਵਾਹ ਨਹੀਂ ਕੀਤੀ। ਸਤਸੰਗ ਨੂੰ ਦੀਖਿਆ ਦੇਣ ਅਤੇ ਸੇਵਾ ਦੇ ਆਪਣੇ ਮਿਸ਼ਨ ਤੋਂ ਉਹ ਬਿਲਕੁਲ ਨਹੀਂ ਥਿੜਕੇ। ਉਹ ਗਰਮੀਆਂ ਦੀ ਧੁੱਪ ਵਿੱਚ ਵੀ ਖੜੇ ਰਹਿੰਦੇ ਸਨ। ਕਈ ਵਾਰੀ ਜੂਨ ਦੇ ਮਹੀਨੇ ਵਿੱਚ
ਤਾਪਮਾਨ 100 ਡਿਗਰੀ ਫੈਰਨਹਾਈਟ ਹੁੰਦਾ ਸੀ ਤਾਂ ਵੀ ਉਹ ਬਿਨਾਂ ਛਤਰੀ ਦੇ ਘੰਟਿਆਂ ਬੱਧੀ ਖੜੇ ਰਹਿ ਕੇ ਵਾਢੀ ਦੇ ਕੰਮ ਦੀ ਨਿਗਰਾਨੀ ਕਰਦੇ ਸਨ। ਇੱਕ ਵਾਰੀ ਜਦੋਂ ਮੈਂ ਉਹਨਾਂ ਦੇ ਸਿਰ ਉੱਤੇ ਇੱਕ ਛਤਰੀ ਤਾਣ ਦਿੱਤੀ, ਉਹਨਾਂ ਕਿਹਾ, ਨਹੀਂ ਬੱਚੇ, ਮੈਨੂੰ ਇਸ ਦੀ ਲੋੜ ਨਹੀਂ। ਤੁਸੀਂ ਨਹੀਂ ਵੇਖ ਰਹੇ ਸਾਰੀ ਸੰਗਤ ਧੁੱਪ ਵਿੱਚ ਹੀ ਸੇਵਾ ਕਰ ਰਹੀ ਹੈ। ਇੱਕ ਵਾਰੀ ਫੇਰ ਖਾਣਾ ਖਾਣ ਵੇਲੇ ਮਹਾਰਾਜ ਜੀ ਉਹਨਾਂ ਔਰਤਾਂ ਨੂੰ ਵੇਖਣ ਗਏ ਜਿਹੜੀਆਂ ਲੱਕੜਾਂ ਦੇ ਚੁੱਲ੍ਹੇ ਉੱਤੇ ਰੋਟੀਆਂ ਬਣਾ ਰਹੀਆਂ ਸਨ। ਉਹਨਾਂ ਔਰਤਾਂ ਦੀ ਸਾਰ ਲੈਣ ਗਏ ਮਹਾਰਾਜ ਜੀ ਨੂੰ ਸੰਘਣੇ ਧੂਏ ਵਿੱਚ ਖੜਾ ਹੋਣਾ ਪਿਆ। ਉਹ ਧੂਆਂ ਸਿੱਧਾ ਚੁੱਲ੍ਹੇ ਵਿੱਚੋਂ ਆ ਰਿਹਾ ਸੀ। ਜਦੋਂ ਉਹਨਾਂ ਦੇ ਨਾਲ ਆਏ ਪੈਰੋਕਾਰ ਨੂੰ ਉੱਥੇ ਖੜੇ ਰਹਿ ਕੇ ਸਾਹ ਲੈਣਾ ਔਖਾ ਹੋ ਗਿਆ ਤੇ ਉਸ ਨੂੰ ਧੂਏ ਕਰਕੇ ਨਜ਼ਰ ਆਉਣਾ ਬੰਦ ਹੋ ਗਿਆ ਤਾਂ ਉਸਨੇ ਮਹਾਰਾਜ ਜੀ ਨੂੰ ਉੱਥੋਂ ਪਾਸੇ ਹੋ ਜਾਣ ਦੀ ਬੇਨਤੀ ਕੀਤੀ। ਇਸ ਤੋਂ ਨਿਰਲੇਪ ਮਹਾਰਾਜ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ, ਧੂਏ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਿਰਪਾ ਕਰਕੇ ਅਗਲੇ ਹਫ਼ਤੇ ਫਿਰ ਵਿਸ਼ੇਸ਼ਟ ਵਰਗ ਉੱਤੇ ਵੇਖਣਾ ਨਾ ਭੁੱਲਣਾ। ਅਸੀਂ ਮਹਾਰਾਜ ਜੀ, ਜਿਨ੍ਹਾਂ ਨੂੰ ਸਾਵਨ ਸਿੰਘ ਜੀ ਮਹਾਰਾਜ ਰਾਧਾ ਸੁਆਮੀ ਮੱਤ ਦੇ ਤੀਜੇ ਗੁਰੂ ਵਜੋਂ ਵੀ ਜਾਣਿਆ ਜਾਂਦਾ ਸੀ, ਦੇ ਪਿਆਰ, ਦਿਆਲੂ ਭਾਵ ਅਤੇ ਉਹਨਾਂ ਵੱਲੋਂ ਕੀਤੇ ਚਮਤਕਾਰਾਂ ਬਾਰੇ ਜਾਣਨ ਲਈ ਭਾਰਤ ਦਾ ਸਫ਼ਰ ਜਾਰੀ ਰੱਖਾਂਗੇ। ਅਤੇ ਹੁਣ ਸੁਪਰੀਮ ਮਾਸਟਰ ਟੈਲੀਵਿਜ਼ਨ ਉੱਤੇ ਆਉਣ ਵਾਲੇ ਅਗਲੇ ਪ੍ਰੋਗਰਾਮ ਵਾਤਾਵਰਣ ਬਾਰੇ ਸਰਬ ਉੱਚ ਗੁਰੂ ਜੀ ਚਿੰਗਹਾਈ ਗੁਰੂ ਅਤੇ ਪੈਰੋਕਾਰਾਂ ਦਰਮਿਆਨ ਪ੍ਰੋਗਰਾਮ ਲਈ ਸਾਡੇ ਨਾਲ ਬਣੇ ਰਹੋ। ਜੰਨਤ ਦੇ ਅਸ਼ੀਰਵਾਦ ਨਾਲ ਅਸੀਂ ਇਹ ਆਸ ਕਰਦੇ ਹਾਂ ਕਿ ਤੁਹਾਡੇ ਅਤੇ ਤੁਹਾਡੇ ਪਿਆਰਿਆਂ ਦੇ ਬਹੁਤੇ ਦਿਨ ਸ਼ਾਂਤੀ, ਪਿਆਰ ਅਤੇ ਇਕਸੁਰਤਾ ਨਾਲ ਭਰੇ ਰਹਿਣ। Please join us again on Vegetarian Elite next week as we continue our journey in India to learn more about the love, compassion and miracles of Maharaj Ji, also known as Baba Sawan Singh Ji Maharaj, the third Satguru of the Radha Swami faith. And now please stay tuned to Supreme Master Television for Supreme Master Ching-hai on the environment, on Between Master and Disciples, coming up next. With heaven's blessings, we wish you and your loved ones many days filled with peace, love and harmony.